इस लई उन्हां कोल कहण लई कुਝ नहीं सी। मैनू बहुत गुस्सा आया ਅਤੇ ਕਿਹਾ, ਤੁਸੀਂ ਜੋ ਵੀ ਕੀਤਾ ਹੈ ਸੱਚ ਦੱਸੋ, ਨਹੀਂ ਤਾਂ ਮੇਰੇ ਤੋਂ ਬੁਰਾ ਕੁਝ ਨਹੀਂ ਹੋਵੇਗਾ। ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੇ ਦਿਓਰ ਨਵੀਨ ਨੇ ਅਨੰਨਿਆ ਦਾ ਸਾਥ ਦਿੱਤਾ ਹੋਵੇਗਾ। ਮੈਂ ਆਪਣੀ ਧੀ ਨੂੰ ਕਿਹਾ ਕਿ ਮੈਂ ਤੁਹਾਨੂੰ ਪੈਸੇ ਦੇਣਾ ਬੰਦ ਕਰ ਦੇਵਾਂਗੀ ਅਤੇ ਫਿਰ ਦੇਖਾਂਗੀ ਕਿ ਤੁਸੀਂ ਆਪਣਾ ਖਰਚ ਕਿਵੇਂ ਕਰੋਗੇ। ਫਿਰ ਅਚਾਨਕ ਅਨੰਨਿਆ ਕਹਿਣ ਲੱਗੀ, ਮਾਂ, ਮੈਂ ਕੁਝ ਦਿਨ ਲਈ ਛੁੱਟੀ ਲੈ ਲਈ ਸੀ ਅਤੇ ਮੈਂ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਜਾਂਦੀ ਸੀ। ਚਾਚੇ ਤੋਂ ਇਜਾਜ਼ਤ ਲੈ ਕੇ ਅਸੀਂ ਕੁੜੀਆਂ ਇਕੱਠੀਆਂ ਪਾਰਕ ਵਿੱਚ ਜਾਂਦੀਆਂ ਸੀ। ਮੈਂ ਕਿਹਾ ਕਿ ਤੁਹਾਨੂੰ ਐਤਵਾਰ ਨੂੰ ਬਾਹਰ ਜਾ ਕੇ ਫਿਲਮ ਦੇਖਣ ਲਈ ਨਹੀਂ ਮਿਲਦਾ। ਨਵੀਨ ਨੇ ਕਿਹਾ, ਭਾਬੀ, ਮੇਰਾ ਫਿਲਮ ਦੇਖਣ ਦਾ ਦਿਲ ਕਰ ਰਿਹਾ ਸੀ, ਇਸ ਲਈ ਮੈਂ ਉਸਨੂੰ ਕਿਹਾ ਕਾਲਜ ਤੋਂ ਛੁੱਟੀ ਲੈਣ ਅਤੇ ਤੁਹਾਡੇ ਨਾਲ ਝੂਠ ਬੋਲਣ ਲਈ। ਮੈਂ ਨਵੀਨ ਨੂੰ ਪੁੱਛਿਆ ਕਿ ਤੁਸੀਂ ਲੋਕ ਇਹ ਕੀ ਕਰ ਰਹੇ ਹੋ, ਤਾਂ ਉਸਨੇ ਕਿਹਾ, ਭਾਬੀ, ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਹਾਂ ਅਤੇ ਅਨੰਨਿਆ ਨੂੰ ਵੀ ਮਾਫ਼ ਕਰ ਦਿਓ। ਇਸ ਵਿੱਚ ਉਸਦੀ ਕੋਈ ਗਲਤੀ ਨਹੀਂ ਹੈ। ਮੇਰਾ ਦਿਲ ਫਿਲਮ ਦੇਖਣ ਨੂੰ ਕਰ ਰਿਹਾ ਸੀ, ਇਸ ਲਈ ਮੈਂ ਅਨੰਨਿਆ ਨੂੰ ਕਾਲਜ ਤੋਂ ਛੁੱਟੀ ਲੈਣ ਲਈ ਕਿਹਾ ਸੀ ਅਤੇ ਅਸੀਂ ਇੱਕ ਦਿਨ ਫਿਲਮ ਦੇਖਣ ਗਏ ਅਤੇ ਦੂਜੇ ਦਿਨ ਪਾਰਕ ਚਲੇ ਗਏ। ਮੈਨੂੰ ਇਹਨਾਂ ਦੋਹਾਂ ਦਾ ਵਿਵਹਾਰ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ। ਪਤਾ ਨਹੀਂ ਇਹ ਲੋਕ ਕੀ ਕਰ ਰਹੇ ਸਨ। ਮੇਰਾ ਦਿਓਰ ਅਤੇ ਮੇਰੀ ਧੀ ਘਰ ਵਿੱਚ ਹੀ ਇਹੋ ਜਿਹੀਆਂ ਅਜੀਬ ਗੱਲਾਂ ਕਰਦੇ ਸਨ। ਹੁਣ ਮੈਂ ਦੋਹਾਂ ਤੇ ਪੂਰੀ ਨਜ਼ਰ ਰੱਖਣ ਲੱਗ ਪਈ। ਉਹ ਦੋਵੇਂ ਘਰ ਵਿੱਚ ਬਹੁਤ ਹੱਸਣ ਅਤੇ ਮਜ਼ਾਕ ਕਰਨ ਲੱਗੇ ਅਤੇ ਕਈ ਵਾਰ 2-2 ਘੰਟੇ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਸਨ। ਚਾਚਾ ਭਤੀਜੀ ਵਿੱਚ ਬਹੁਤ ਪਿਆਰ ਹੋ ਗਿਆ ਸੀ। ਇਹਨਾਂ ਦੋਵਾਂ ਨੂੰ ਇੱਕ ਦੂਜੇ ਤੋਂ ਬਿਨਾਂ ਹੋਰ ਕੋਈ ਦਿਖਦਾ ਹੀ ਨਹੀਂ ਸੀ। ਇਸ ਦੌਰਾਨ ਮੈਂ ਅਨੰਨਿਆ ਲਈ ਕੋਈ ਹੋਰ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਆਪਣੇ ਦਿਓਰ ਨੂੰ ਕਿਹਾ ਕਿ ਜੇਕਰ ਤੁਹਾਨੂੰ ਲੜਕੇ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਮੈਨੂੰ ਦੱਸੋ। ਲੋਕਾਂ ਦੇ ਸਾਹਮਣੇ ਡਰਾਮਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਤੁਹਾਨੂੰ ਇਸ ਬਾਰੇ ਬਹੁਤਾ ਨਹੀਂ ਪਤਾ ਕਿ ਅਜਿਹਾ ਕਰਨ ਨਾਲ ਤੁਹਾਡੀ ਆਪਣੀ ਭਤੀਜੀ ਦੀ ਹੀ ਬਦਨਾਮੀ ਹੋਵੇਗੀ ਅਤੇ ਇਸ ਤਰ੍ਹਾਂ ਤੁਹਾਡੀ ਭਤੀਜੀ ਲਈ ਰਿਸ਼ਤੇ ਆਉਣੇ ਵੀ ਬੰਦ ਹੋ ਜਾਣਗੇ। ਇਹ ਸੁਣਨ ਤੋਂ ਬਾਅਦ ਮੇਰੇ ਦਿਓਰ ਨੇ ਬੜੀ ਅਜੀਬ ਗੱਲ ਕਹੀ। ਉਸਨੇ ਕਿਹਾ ਕਿ ਮੇਰੀ ਭਤੀਜੀ ਲਈ ਰਿਸ਼ਤਿਆਂ ਦੀ ਕੋਈ ਕਮੀ ਨਹੀਂ ਹੈ। ਮੈਂ ਨਵੀਨ ਨੂੰ ਕਿਹਾ, ਤੂੰ ਕੀ ਕਹਿਣਾ ਚਾਹੁੰਦਾ ਹੈ? ਤੇਰਾ ਕੀ ਮਤਲਬ ਹੈ? ਤੈਨੂੰ ਰਿਸ਼ਤਿਆਂ ਦੀ ਲੋੜ ਨਹੀਂ। ਮੇਰਾ ਦਿਓਰ ਕਹਿਣ ਲੱਗਾ, ਇਹ ਤਾਂ ਮੇਰੇ ਮੂੰਹੋਂ ਨਿਕਲ ਗਿਆ, ਅਜਿਹੀ ਕੋਈ ਗੱਲ ਨਹੀਂ ਹੈ। ਮੈਂ ਆਪਣੇ ਦਿਓਰ ਅਤੇ ਆਪਣੀ ਧੀ ਤੋਂ ਬਹੁਤ ਪਰੇਸ਼ਾਨ ਸੀ। ਪਤਾ ਨਹੀਂ ਉਹ ਕੀ ਕਰਦੇ ਸਨ ਅਤੇ ਆਪਣੇ ਮਨ ਵਿੱਚ ਕੀ ਸੋਚਦੇ ਸਨ। ਇਹ ਮੇਰੇ ਕਾਰਨ ਹੀ ਸੀ, ਕਿਉਂਕਿ ਮੈਂ ਆਪਣੇ ਦਿਓਰ ਅਤੇ ਆਪਣੀ ਧੀ ਨੂੰ ਬਹੁਤ ਜ਼ਿਆਦਾ ਆਜ਼ਾਦੀ ਦਿੱਤੀ ਸੀ। ਇਸ ਵਾਰ ਮੈਂ ਆਪਣੀ ਧੀ ਲਈ ਜੋ ਰਿਸ਼ਤਾ ਲੱਭਿਆ ਸੀ ਉਸ ਵਿੱਚ ਕੋਈ ਗਲਤੀ ਨਹੀਂ ਕੱਢ ਸਕਦਾ ਸੀ। ਮੁੰਡਾ ਦੇਖਣ ਵਿੱਚ ਬਹੁਤ ਛੋਟਾ ਅਤੇ ਸੁੰਦਰ ਸੀ। ਉਸ ਦਾ ਪਰਿਵਾਰ ਵੀ ਬਹੁਤ ਚੰਗਾ ਸੀ ਅਤੇ ਉਹ ਇੱਕ ਅਮੀਰ ਪਰਿਵਾਰ ਨਾਲ ਸੰਬੰਧਿਤ ਸੀ। ਉਸ ਦੇ ਮਾਤਾ-ਪਿਤਾ ਬੈਂਕ ਵਿੱਚ ਕੰਮ ਕਰਦੇ ਸਨ। ਮੁੰਡਾ ਸੋਹਣਾ ਅਤੇ ਗੋਰੇ ਰੰਗ ਵਾਲਾ ਸੀ ਅਤੇ ਮੇਰੀ ਧੀ ਨਾਲੋਂ ਉਮਰ ਵਿੱਚ ਬਹੁਤ ਵੱਡਾ ਨਹੀਂ ਸੀ ਤੇ ਉਸ ਦੀ ਉਮਰ ਦੇ ਬਰਾਬਰ ਦਾ ਹੋਵੇਗਾ ਅਤੇ ਲੜਕੇ ਦੇ ਪਰਿਵਾਰ ਨੂੰ ਮੇਰੀ ਧੀ ਬਹੁਤ ਪਸੰਦ ਸੀ, ਕਿਉਂਕਿ ਮੇਰੀ ਧੀ ਅਨੰਨਿਆ ਬਹੁਤ ਸੁੰਦਰ ਸੀ। ਜਦੋਂ ਮੈਂ ਆਪਣੇ ਦਿਓਰ ਵੱਲ ਦੇਖਿਆ, ਹੁਣ ਉਸ ਨੂੰ ਕੋਈ ਗਲਤੀ ਨਹੀਂ ਲੱਭ ਰਹੀ ਸੀ। ਨਵੀਨ ਦੇ ਚਿਹਰੇ ਤੇ ਬਹੁਤ ਪਰੇਸ਼ਾਨੀ ਨਜ਼ਰ ਆ ਰਹੀ ਸੀ। ਲੜਕੇ ਵਾਲਿਆਂ ਨੇ ਕਿਹਾ ਕਿ ਸਾਨੂੰ ਤੁਹਾਡੀ ਲੜਕੀ ਬਹੁਤ ਪਸੰਦ ਆਈ ਹੈ ਅਤੇ ਅਸੀਂ ਜਲਦੀ ਤੋਂ ਜਲਦੀ ਸਗਾਈ ਦੀ ਰਸਮ ਪੂਰੀ ਕਰਨਾ ਚਾਹੁੰਦੇ ਹਾਂ ਅਤੇ ਜਲਦੀ ਤੋਂ ਜਲਦੀ ਵਿਆਹ ਕਰਕੇ ਤੁਹਾਡੀ ਲੜਕੀ ਨੂੰ ਆਪਣੇ ਘਰ ਲੈ ਜਾਣਾ ਚਾਹੁੰਦੇ ਹਾਂ। ਮੈਂ ਇਹ ਸੁਣ ਕੇ ਬਹੁਤ ਖੁਸ਼ ਹੋਈ ਅਤੇ ਮੈਨੂੰ ਉਸ ਦੀ ਗੱਲ ਬਹੁਤ ਪਸੰਦ ਆਈ। ਉਸਨੇ ਕਿਹਾ, ਹੁਣ ਅਸੀਂ ਤੁਹਾਡੇ ਘਰ ਆਏ ਹਾਂ, ਤੁਸੀਂ ਇੱਕ ਵਾਰ ਸਾਡੇ ਘਰ ਆ ਕੇ ਸਾਰੀ ਜਾਣਕਾਰੀ ਲੈ ਲਓ। ਇਸ ਤੋਂ ਬਾਅਦ ਹਰ ਗੱਲ ਤੇ ਚਰਚਾ ਹੋਵੇਗੀ ਅਤੇ ਵਿਆਹ ਦੀ ਤਰੀਕ ਵੀ ਤੈਅ ਕੀਤੀ ਜਾਵੇਗੀ। ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ, ਉਹਨਾਂ ਨੇ ਸਾਨੂੰ ਤੁਰੰਤ ਆਪਣੇ ਘਰ ਬੁਲਾ ਲਿਆ। ਮੈਂ ਇਹ ਵੀ ਕਹਿ ਦਿੱਤਾ ਕਿ ਅਸੀਂ 2-3 ਦਿਨ ਬਾਅਦ ਤੁਹਾਡੇ ਘਰ ਆਵਾਂਗੇ। ਜਦੋਂ ਉਹ ਸਾਡੇ ਘਰੋਂ ਚਲੇ ਗਏ ਤਾਂ ਮੇਰੇ ਦਿਓਰ ਨੇ ਕਿਹਾ ਕਿ ਅਸੀਂ ਇੱਥੇ ਰਿਸ਼ਤਾ ਨਹੀਂ ਕਰਾਂਗੇ। ਮੈਂ ਹੈਰਾਨੀ ਨਾਲ ਨਵੀਨ ਵੱਲ ਦੇਖਿਆ, ਜਿਵੇਂ ਉਹ ਮੇਰੀ ਧੀ ਦਾ ਵਿਆਹ ਹੋਣ ਵੀ ਨਹੀਂ ਦੇਣਾ ਚਾਹੁੰਦਾ ਸੀ। ਮੈਂ ਕਿਹਾ, ਕਿਉਂ ਨਹੀਂ? ਇਸ ਰਿਸ਼ਤੇ ਵਿੱਚ ਕੀ ਗਲਤ ਹੈ? ਅਜਿਹੇ ਰਿਸ਼ਤੇ ਖੁਸ਼ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ। ਮੇਰੇ ਕੋਲ ਅਜਿਹਾ ਪੜ੍ਹਿਆ ਲਿਖਿਆ ਰਿਸ਼ਤਾ ਹੈ
ਕਿ ਮੈਂ ਇੱਥੇ ਆਪਣੀ ਧੀ ਦਾ ਵਿਆਹ ਕਰਨ ਲਈ ਤਿਆਰ ਹਾਂ ਅਤੇ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੀ ਭਤੀਜੀ ਦੀ ਕਿਸਮਤ ਜਾਗ ਗਈ ਹੈ। ਮੈਂ ਆਪਣੀ ਧੀ ਦਾ ਵਿਆਹ ਇਸ ਪਰਿਵਾਰ ਵਿੱਚ ਹੀ ਕਰਾਂਗੀ ਅਤੇ ਉਹ ਵੀ ਜਲਦੀ ਤੋਂ ਜਲਦੀ। ਹੋ ਸਕਦਾ ਹੈ ਕਿ ਇਹ ਰਿਸ਼ਤਾ ਸਾਡੇ ਹੱਥੋਂ ਨਿਕਲ ਜਾਵੇ। ਉਹ ਲੋਕ ਬਹੁਤ ਅਮੀਰ ਅਤੇ ਪੜ੍ਹੇ ਲਿਖੇ ਹਨ ਅਤੇ ਆਪਣੇ ਪਰਿਵਾਰ ਦੀਆਂ ਨੂੰਹਾਂ ਤੇ ਵੀ ਕੋਈ ਸੀਮਾਵਾਂ ਵੀ ਨਹੀਂ ਲਗਾਉਂਦੇ। ਮੈਨੂੰ ਉਹਨਾਂ ਲੋਕਾਂ ਦੀ ਇੱਕ ਗੱਲ ਬਹੁਤ ਪਸੰਦ ਆਈ ਕਿ ਉਹਨਾਂ ਨੇ ਕਿਹਾ ਕਿ 2 ਦਿਨਾਂ ਬਾਅਦ ਤੁਸੀਂ ਆਪਣੀ ਧੀ ਨੂੰ ਲੈ ਕੇ ਸਾਡੇ ਘਰ ਆਏ। ਦੋਵੇਂ ਬੱਚੇ ਆਪਸ ਵਿੱਚ ਬੈਠ ਕੇ ਗੱਲਾਂ ਕਰਨਗੇ ਕਿਉਂਕਿ ਦੋਵਾਂ ਨੇ ਆਪਣੀ ਜ਼ਿੰਦਗੀ ਇਕੱਠੇ ਬਿਤਾਉਣੀ ਹੈ। ਇਸ ਲਈ ਉਹਨਾਂ ਲਈ ਗੱਲ ਕਰਨੀ ਬਹੁਤ ਜ਼ਰੂਰੀ ਹੈ। ਮੈਨੂੰ ਉਹਨਾਂ ਦੀ ਇਹ ਵਤੀਰਾ ਬਹੁਤ ਪਸੰਦ ਆਇਆ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਹਨ ਜੋ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਨੂੰ ਗੱਲ ਕਰਨ ਦਿੰਦੇ ਹਨ। ਮੈਂ ਆਪਣੇ ਦਿਓਰ ਅਤੇ ਆਪਣੀ ਧੀ ਨੂੰ ਕਿਹਾ ਕਿ ਵਿਆਹ ਉੱਥੇ ਹੀ ਹੋਵੇਗਾ। ਮੇਰੇ ਇਸ ਬਿਆਨ ਤੇ ਦੋਵੇਂ ਚੁੱਪ ਹੋ ਗਏ। ਮੈਂ ਉਹਨਾਂ ਦੀ ਚੁੱਪ ਨੂੰ ਹਾਂ ਸਮਝ ਲਿਆ ਕਿਉਂਕਿ ਚੁੱਪ ਦਾ ਮਤਲਬ ਇਹੀ ਹੈ। ਮੈਂ ਮੁੰਡੇ ਵਾਲਿਆਂ ਦੇ ਘਰ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਮੈਂ ਅਨੰਨਿਆ ਲਈ ਚੰਗਾ ਸੂਟ ਲਿਆ ਸੀ ਅਤੇ ਆਪਣੇ ਲਈ ਵੀ ਚੰਗੀ ਤਿਆਰੀ ਕੀਤੀ ਸੀ। ਪਰ 2 ਦਿਨ ਬਾਅਦ ਜਦੋਂ ਅਸੀਂ ਉਹਨਾਂ ਦੇ ਘਰ ਜਾਣਾ ਸੀ ਤਾਂ ਨਵੀਨ ਅਤੇ ਅਨੰਨਿਆ ਇਹ ਕਹਿ ਕੇ ਬਾਜ਼ਾਰ ਚਲੇ ਗਏ ਕਿ ਉਹ ਮੁੰਡੇ ਵਾਲਿਆਂ ਲਈ ਤੋਹਫਾ ਲੈ ਕੇ ਆ ਰਹੇ ਹਨ। ਅਸੀਂ ਖਾਲੀ ਹੱਥ ਜਾਂਦੇ ਚੰਗੇ ਨਹੀਂ ਲੱਗਦੇ, ਪਰ ਉਹਨਾਂ ਨੂੰ ਬਾਜ਼ਾਰ ਗਏ ਹੋਏ 2-3 ਘੰਟੇ ਹੋ ਗਏ ਸਨ ਅਤੇ ਅਜੇ ਤੱਕ ਉਹ ਵਾਪਸ ਨਹੀਂ ਆਏ ਸੀ। ਮੁੰਡੇ ਵਾਲਿਆਂ ਨੇ 3 ਵਜੇ ਖਾਣੇ ਤੇ ਬੁਲਾਇਆ ਸੀ। 3 ਵੱਜ ਚੁੱਕੇ ਸਨ ਅਤੇ ਖਾਣੇ ਦਾ ਸਮਾਂ ਨਿਕਲਿਆ ਜਾ ਰਿਹਾ ਸੀ। ਜੇ ਅਸੀਂ ਲੇਟ ਜਾਂਦੇ ਤਾਂ ਉਹ ਕੀ ਸੋਚਣਗੇ। ਇਹ ਸਾਡੇ ਮਾਣ ਸਨਮਾਨ ਦਾ ਮਾਮਲਾ ਸੀ। ਜਦੋਂ ਮੈਂ ਨਵੀਨ ਨੂੰ ਫੋਨ ਕੀਤਾ ਤਾਂ ਉਹ ਕਾਲ ਰਿਸੀਵ ਨਹੀਂ ਕਰ ਰਿਹਾ ਸੀ ਅਤੇ ਜਦੋਂ ਵੀ ਉਹ ਕੁਝ ਸਮੇਂ ਬਾਅਦ ਕਾਲ ਰਿਸੀਵ ਕਰਦਾ ਤਾਂ ਉਹ ਕਹਿ ਦਿੰਦਾ ਕਿ ਅਸੀਂ ਆ ਰਹੇ ਹਾਂ, ਅਸੀਂ ਰਸਤੇ ਵਿੱਚ ਹੀ ਹਾਂ, ਇੱਥੇ ਆਵਾਜਾਈ ਹੈ ਅਤੇ ਇਸ ਲਈ ਦੇਰ ਹੋ ਰਹੀ ਹੈ। ਪਰ ਕੁਝ ਸਮੇਂ ਬਾਅਦ ਮੇਰੇ ਦਿਓਰ ਨੇ ਆਪਣਾ ਮੋਬਾਈਲ ਨੰਬਰ ਬੰਦ ਕਰ ਦਿੱਤਾ ਅਤੇ ਮੇਰੀ ਬੇਟੀ ਦਾ ਨੰਬਰ ਵੀ ਬੰਦ ਕਰ ਦਿੱਤਾ ਸੀ। ਮੈਂ ਵਾਰ-ਵਾਰ ਦੋਹਾਂ ਦੇ ਨੰਬਰ ਲਗਾ ਰਹੀ ਸੀ ਅਤੇ ਬਹੁਤ ਚਿੰਤਾ ਵਿੱਚ ਸੀ। ਦੋਵਾਂ ਦੇ ਨੰਬਰ ਬੰਦ ਆ ਰਹੇ ਸਨ। ਸ਼ਾਮ ਦੇ 4 ਵੱਜ ਚੁੱਕੇ ਸਨ ਅਤੇ ਮੇਰੇ ਦਿਓਰ ਅਤੇ ਧੀ ਦਾ ਹਜੇ ਤੱਕ ਕੋਈ ਥੂ ਪਤਾ ਨਹੀਂ ਸੀ। ਮੁੰਡੇ ਵਾਲੇ ਵਾਰ-ਵਾਰ ਫੋਨ ਕਰ ਰਹੇ ਸਨ ਕਿ ਤੁਸੀਂ ਲੋਕ ਨਹੀਂ ਆ ਰਹੇ। ਮੈਂ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨੂੰ ਕਹਿੰਦੀ ਕਿ ਅਸੀਂ ਥੋੜੀ ਦੇਰ ਬਾਅਦ ਆਵਾਂਗੇ। ਮੈਂ ਉਹਨਾਂ ਲੋਕਾਂ ਦੇ ਸਾਹਮਣੇ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ। ਪਹਿਲਾਂ ਮੈਂ ਇਕੱਲੀ ਜਾਣ ਬਾਰੇ ਸੋਚਿਆ, ਪਰ ਜੇ ਉਹ ਮੈਨੂੰ ਪੁੱਛਦੇ ਕਿ ਤੇਰੀ ਧੀ ਤੇ ਦਿਓਰ ਕਿੱਥੇ ਹਨ, ਉਹ ਕਿਉਂ ਨਹੀਂ ਆਏ, ਤਾਂ ਮੈਂ ਕੀ ਜਵਾਬ ਦਿੰਦੀ। ਹੁਣ ਸ਼ਾਮ ਦੇ 6 ਵੱਜ ਚੁੱਕੇ ਸਨ ਅਤੇ ਮੈਂ ਆਪਣਾ ਫੋਨ ਵੀ ਬੰਦ ਕਰ ਦਿੱਤਾ ਸੀ ਕਿਉਂਕਿ ਮੇਰੇ ਵਿੱਚ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਹਿੰਮਤ ਨਹੀਂ ਸੀ। ਜਦੋਂ ਰਾਤ ਦੇ 8 ਵਜੇ ਤਾਂ ਦੋਵੇਂ ਚਾਚਾ ਭਤੀਜੀ ਹੱਸਦੇ-ਹੱਸਦੇ ਘਰ ਆ ਰਹੇ ਸਨ। ਮੈਨੂੰ ਦਰਵਾਜ਼ੇ ਤੇ ਖੜਾ ਦੇਖ ਕੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਗਾਇਬ ਹੋ ਗਈ ਸੀ। ਮੈਂ ਕਿਹਾ, ਤੁਹਾਨੂੰ ਦੋਵਾਂ ਨੂੰ 8 ਘੰਟੇ ਹੋ ਗਏ ਹਨ, ਆਖਰਕਾਰ ਤੁਸੀਂ ਲੋਕ ਹੁਣ ਤੋਹਫੇ ਲਿਆ ਰਹੇ ਹੋ। ਮੇਰਾ ਦਿਓਰ ਕੁਝ ਕਹਿਣ ਹੀ ਵਾਲਾ ਸੀ ਕਿ ਮੈਂ ਆਪਣੇ ਦਿਓਰ ਦੇ ਮੂੰਹ ਤੇ ਥੱਪੜ ਮਾਰਿਆ ਅਤੇ ਕਿਹਾ ਕਿ ਇਹ ਕੀ ਬਦਤਮੀਜ਼ੀ ਹੈ, ਤੁਸੀਂ ਦੋਵੇਂ ਹੁਣ ਤੱਕ ਕਿੱਥੇ ਸੀ। ਮੈਂ ਪਹਿਲੀ ਵਾਰ ਆਪਣੇ ਦਿਓਰ ਦੇ ਹੱਥ ਚੁੱਕਿਆ ਸੀ ਕਿਉਂਕਿ ਉਹ ਮੇਰੀ ਧੀ ਨੂੰ ਬਾਜ਼ਾਰ ਲੈ ਗਿਆ ਸੀ। ਮੈਂ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਲੋਕਾਂ ਨੇ ਮੈਨੂੰ ਕਿੰਨਾ ਸ਼ਰਮਿੰਦਾ ਕੀਤਾ ਹੈ। ਮੇਰੀ ਬੇਟੀ ਚੁੱਪਚਾਪ ਖੜੀ ਰਹੀ, ਪਰ ਨਵੀਨ ਨੇ ਕਿਹਾ, ਭਾਬੀ ਮੇਰੀ ਗੱਲ ਕੰਨ ਖੋਲ ਕੇ ਸੁਣੋ, ਮੈਂ ਉਸ ਘਰ ਵਿੱਚ ਆਪਣੀ ਭਤੀਜੀ ਦਾ ਰਿਸ਼ਤਾ ਨਹੀਂ ਕਰਨਾ। ਮੈਂ ਕਿਹਾ, ਹੁਣ ਕੀ ਸਮੱਸਿਆ ਹੈ, ਸਭ ਕੁਝ ਤਾਂ ਠੀਕ ਹੈ, ਘਰ ਪਰਿਵਾਰ, ਲੜਕਾ, ਉਸਦੇ ਮਾਤਾ ਪਿਤਾ, ਉਸਦੀ ਨੌਕਰੀ, ਤਾਂ ਹੁਣ ਤੁਹਾਨੂੰ ਕੀ ਸਮੱਸਿਆ ਹੈ। ਇਸ ਤੇ ਨਵੀਨ ਨੇ ਕਿਹਾ ਕਿ ਲੜਕਾ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਮੈਂ ਆਪਣੀ ਭਤੀਜੀ ਦਾ ਵਿਆਹ ਇਸ ਲੜਕੇ ਨਾਲ ਨਹੀਂ ਕਰਨਾ ਚਾਹੁੰਦਾ। ਅਨੰਨਿਆ ਨੇ ਕਿਹਾ ਕਿ ਮੈਂ ਕਿਸੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਅਤੇ ਇਹ ਕਹਿ ਕੇ ਦੋਵੇਂ ਘਰ ਦੇ ਅੰਦਰ ਚਲੇ ਗਏ ਅਤੇ ਆਪਣੇ ਕਮਰੇ 'ਚ ਬੰਦ ਹੋ ਗਏ। ਮੇਰੇ ਦਿਓਰ ਨੇ ਕਦੇ ਵੀ ਮੇਰੇ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਸੀ ਅਤੇ ਉਹ ਕਦੇ ਵੀ ਮੇਰੀ ਇੱਛਾ ਦੇ ਵਿਰੁੱਧ ਨਹੀਂ ਗਿਆ। ਅੱਜ ਉਸ ਨੂੰ ਪਤਾ ਨਹੀਂ ਕੀ ਹੋ ਗਿਆ। ਮੈਂ ਸਾਰੀ ਰਾਤ ਜਾਗਦੀ ਰਹੀ ਅਤੇ ਚਿੰਤਤ ਸੀ। ਮੈਂ ਇਹ ਵੀ ਦੇਖਿਆ ਸੀ ਕਿ ਨਵੀਨ ਕਦੇ ਵੀ ਸਾਰੀ ਰਾਤ ਮੇਰੀ ਧੀ ਦੇ ਕਮਰੇ ਵਿੱਚ ਨਹੀਂ ਬੈਠਦਾ ਸੀ। ਪਤਾ ਨਹੀਂ ਇਹ ਲੋਕ ਆਪਸ ਵਿੱਚ ਕਿਹੜੀ ਖਿਚੜੀ ਪਕਾ ਰਹੇ ਸਨ। ਇੱਕ ਦਿਨ ਮੈਂ ਅਨੰਨਿਆ ਨੂੰ ਕਿਹਾ ਕਿ ਜਾ ਕੇ ਮੇਰੇ ਕਮਰੇ ਵਿੱਚ ਸੌਂ ਜਾ।
ਮੈਂ ਅੱਜ ਤੁਹਾਡਾ ਕਮਰਾ ਸਾਫ਼ ਕਰਨਾ ਹੈ। ਅਨੰਨਿਆ ਮੇਰੇ ਕਮਰੇ ਵਿੱਚ ਜਾ ਕੇ ਸੌਂ ਗਈ। ਮੈਂ ਅਨੰਨਿਆ ਵਰਗਾ ਸੂਟ ਪਾਇਆ ਅਤੇ ਉਸਦੇ ਕਮਰੇ ਵਿੱਚ ਜਾ ਕੇ ਲੇਟ ਗਈ। ਮੈਂ ਇਸ ਤਰ੍ਹਾਂ ਵਿਹਾਰ ਕਰ ਰਹੀ ਸੀ ਜਿਵੇਂ ਮੈਂ ਡੂੰਘੀ ਨੀਂਦ ਵਿੱਚ ਸੌਂ ਰਹੀ ਹਾਂ। ਮੇਰੇ ਜਾਣ ਤੋਂ 1 ਘੰਟੇ ਬਾਅਦ ਨਵੀਨ ਵੀ ਅਨੰਨਿਆ ਦੇ ਕਮਰੇ ਵਿੱਚ ਆ ਗਿਆ ਅਤੇ ਉਹ ਹਨੇਰੇ ਵਿੱਚ ਮੇਰੇ ਨੇੜੇ ਆਇਆ ਅਤੇ ਪੁੱਛਿਆ, ਕੀ ਹੋਇਆ? ਤੁਸੀਂ ਅੱਜ ਇੰਨੀ ਜਲਦੀ ਸੌਂ ਗਏ? ਅੱਜ ਬਹੁਤ ਸਾਰਾ ਕੰਮ ਹੈ। ਮੈਂ ਇਸ ਤਰ੍ਹਾਂ ਦਿਖਾ ਰਹੀ ਸੀ ਜਿਵੇਂ ਮੈਂ ਜਾਗ ਗਈ ਹੋਵਾਂ, ਪਰ ਮੈਂ ਆਪਣਾ ਮੂੰਹ ਢਕਿਆ ਹੋਇਆ ਸੀ ਅਤੇ ਕਮਰੇ ਵਿੱਚ ਹਨੇਰਾ ਵੀ ਸੀ, ਜਿਸ ਕਾਰਨ ਮੇਰਾ ਦਿਓਰ ਮੈਨੂੰ ਪਛਾਣ ਨਹੀਂ ਸਕਿਆ। ਮੇਰੇ ਦਿਓਰ ਨੇ ਕਿਹਾ ਕਿ ਸਿਰਫ 24 ਘੰਟੇ ਬਾਕੀ ਹਨ, ਫਿਰ ਸਾਨੂੰ ਕਿਸੇ ਤੋਂ ਡਰਨ ਜਾਂ ਲੁਕਾਉਣ ਦੀ ਕੋਈ ਲੋੜ ਨਹੀਂ। ਅਸੀਂ ਜੋ ਵੀ ਕਰਾਂਗੇ ਖੁੱਲ੍ਹ ਕੇ ਕਰਾਂਗੇ ਅਤੇ ਭਾਬੀ ਵੀ ਸਾਨੂੰ ਨਹੀਂ ਰੋਕ ਸਕਣਗੇ। ਅੱਜ ਮੈਂ ਇੰਨਾ ਖੁਸ਼ ਹਾਂ ਕਿ ਮੈਂ ਤੁਹਾਨੂੰ ਕੀ ਦੱਸਾਂ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਅਸੀਂ ਇੰਨੇ ਖੁਸ਼ਕਿਸਮਤ ਕਿਵੇਂ ਹੋ ਸਕਦੇ ਹਾਂ। ਮੈਂ ਵੀ ਆਪਣੇ ਭਵਿੱਖ ਦੇ ਸੁਪਨੇ ਦੇਖ ਰਿਹਾ ਅਤੇ ਤੁਸੀਂ ਦੇਖਿਓ, ਵਿਆਹ ਤੋਂ ਬਾਅਦ ਸਾਡੀ ਜ਼ਿੰਦਗੀ ਬਹੁਤ ਆਸਾਨ ਅਤੇ ਖੂਬਸੂਰਤ ਬਣ ਜਾਵੇਗੀ। ਵਿਆਹ ਦੀ ਗੱਲ ਸੁਣਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਆਖਰ ਮੇਰਾ ਦਿਓਰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸੀ, ਉਹ ਵੀ ਆਪਣੀ ਧੀ ਵਰਗੀ ਭਤੀਜੀ ਨਾਲ। ਉਸਨੇ ਕਿਹਾ ਕਿ ਤੁਸੀਂ ਆਪਣੇ ਵਿਆਹ ਦੇ ਕੱਪੜਿਆਂ ਦਾ ਇੰਤਜ਼ਾਮ ਕਰ ਲਿਆ ਹੈ। ਅਜਿਹਾ ਨਾ ਹੋਵੇ ਕਿ ਆਖਰੀ ਸਮੇਂ ਤੇ ਤੁਸੀਂ ਖਰੀਦਦਾਰੀ ਕਰਨ ਲਈ ਜਿੱਦ ਕਰਨ ਲੱਗੋ। ਮੈਂ ਆਪਣੀ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਵੇਂ ਹੀ ਮੇਰੇ ਦਿਓਰ ਨੇ ਇਹ ਕਿਹਾ, ਮੈਂ ਸਦਮੇ ਵਿੱਚ ਉੱਠੀ ਅਤੇ ਲਾਈਟ ਔਨ ਕਰ ਦਿੱਤੀ ਅਤੇ ਆਪਣੇ ਦਿਓਰ ਦੇ ਮੂੰਹ ਤੇ ਥੱਪੜ ਮਾਰ ਕੇ ਉਸ ਨੂੰ ਕਹਿਣ ਲੱਗੀ, ਕੀ ਤੁਸੀਂ ਇਹ ਕਿਹੜੀਆਂ ਘਟੀਆ ਗੱਲਾਂ ਕਹਿ ਰਹੇ ਹੋ? ਤੁਸੀਂ ਕਿਸ ਨਾਲ ਵਿਆਹ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਿਸ ਦੇ ਵਿਆਹ ਦੇ ਪਹਿਰਾਵੇ ਦੀ ਗੱਲ ਕਰ ਰਹੇ ਹੋ? ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੀ ਕਹਿ ਰਹੇ ਹੋ? ਨਵੀਨ, ਅੱਜ ਮੈਨੂੰ ਦੱਸੋ, ਮੈਂ ਪੂਰੀ ਸੱਚਾਈ ਜਾਣਨਾ ਚਾਹੁੰਦੀ ਹਾਂ। ਮੇਰਾ ਰੌਲਾ ਸੁਣ ਕੇ ਅਨੰਨਿਆ ਵੀ ਉੱਥੋਂ ਆ ਗਈ ਅਤੇ ਮੇਰਾ ਹੱਥ ਫੜ ਕੇ ਕਿਹਾ, ਮਾਂ, ਅੰਕਲ ਨੂੰ ਨਾ ਮਾਰੋ, ਮੈਂ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸਾਂਗੀ। ਮੈਂ ਆਪਣੀ ਧੀ ਨੂੰ ਚੀਕ ਕੇ ਕਿਹਾ, ਹਾਂ ਦੱਸੋ, ਤੁਸੀਂ ਕੀ ਦੱਸਣਾ ਚਾਹੁੰਦੇ ਹੋ ਅਤੇ ਤੁਸੀਂ ਕੀ ਸਮਝਾਉਣਾ ਚਾਹੁੰਦੇ ਹੋ? ਮੈਂ ਤੁਹਾਨੂੰ ਲੋੜ ਤੋਂ ਵੱਧ ਪਿਆਰ ਦਿੱਤਾ, ਤੁਸੀਂ ਇਸ ਦਾ ਫਾਇਦਾ ਉਠਾਇਆ। ਇਹ ਰਿਸ਼ਤਾ ਸਾਡੇ ਲਈ ਬਹੁਤ ਵਧੀਆ ਸੀ। ਤੇਰਾ ਚਾਚਾ ਤੁਹਾਡਾ ਕਿਤੇ ਵੀ ਰਿਸ਼ਤਾ ਨਹੀਂ ਕਰਨ ਦਿੰਦਾ। ਤੁਸੀਂ ਲੋਕ ਘਰੋਂ ਗਾਇਬ ਹੋ ਜਾਂਦੇ ਹੋ ਅਤੇ ਹੁਣ ਤੁਹਾਡਾ ਚਾਚਾ ਇੱਥੇ ਬੈਠ ਕੇ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ। ਆਖਰ ਇਹ ਸਭ ਕੀ ਹੋ ਰਿਹਾ ਹੈ? ਤੁਹਾਨੂੰ ਦੋਵਾਂ ਨੂੰ ਮੇਰੀ ਸਹੁੰ, ਕਿਰਪਾ ਕਰਕੇ ਮੈਨੂੰ ਸਭ ਕੁਝ ਦੱਸੋ, ਨਹੀਂ ਤਾਂ ਮੈਂ ਆਪਣੇ ਆਪ ਨੂੰ ਮਾਰ ਲਵਾਂਗੀ। ਮੈਂ ਬਿਲਕੁਲ ਵੀ ਹੋਸ਼ ਵਿੱਚ ਨਹੀਂ ਸੀ ਅਤੇ ਜੋ ਕੁਝ ਮੇਰੇ ਮੂੰਹ ਵਿੱਚ ਆ ਰਿਹਾ ਸੀ ਕਹਿ ਰਹੀ ਸੀ, ਪਰ ਜਿਵੇਂ ਹੀ ਨਵੀਨ ਅਤੇ ਅਨੰਨਿਆ ਨੇ ਮੈਨੂੰ ਕਹਾਣੀ ਸੁਣਾਉਣੀ ਸ਼ੁਰੂ ਕੀਤੀ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਭ ਤੋਂ ਪਹਿਲਾਂ ਨਵੀਨ ਨੇ ਦੱਸਿਆ ਕਿ ਮੈਨੂੰ ਸਾਡੇ ਪਿੰਡ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਪਿਆਰ ਹੋ ਗਿਆ ਸੀ, ਜਿਸ ਪਿੰਡ ਵਾਲਿਆਂ ਨੇ ਤੁਹਾਨੂੰ ਬਹੁਤ ਤੰਗ ਕੀਤਾ ਸੀ। ਜਿਨ੍ਹਾਂ ਲੋਕਾਂ ਨੂੰ ਤੁਸੀਂ ਇਸ ਘਰ ਵਿੱਚ ਬਰਦਾਸ਼ਤ ਵੀ ਨਹੀਂ ਕਰ ਸਕਦੇ, ਖਾਸ ਕਰਕੇ ਬਿਮਲਾ ਭਾਬੀ ਦਾ ਜਵਾਨ ਪੁੱਤਰ ਮੋਹਨ। ਅਨੰਨਿਆ ਨੂੰ ਉਸ ਨਾਲ ਪਿਆਰ ਹੋ ਗਿਆ ਸੀ ਅਤੇ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੀ ਹੈ। ਹੁਣ ਇਹ ਇੱਕ ਇਤਫਾਕ ਸੀ ਜਾਂ ਕੁਝ ਹੋਰ ਕਿ ਸਾਨੂੰ ਦੋਵਾਂ ਨੂੰ ਉਹਨਾਂ ਲੋਕਾਂ ਨਾਲ ਪਿਆਰ ਹੋ ਗਿਆ ਜਿਨ੍ਹਾਂ ਨੂੰ ਤੁਸੀਂ ਨਫ਼ਰਤ ਕਰਦੇ ਹੋ। ਮੈਂ ਸਾਡੇ ਪਿੰਡ ਦੇ ਮੁਖੀ ਦੀ ਵੱਡੀ ਧੀ ਨੂੰ ਮਿਲਿਆ ਸੀ ਜਦੋਂ ਮੈਂ ਇੱਕ ਆਦਮੀ ਦੇ ਘਰ ਪੇਂਟ ਕਰਨ ਗਿਆ ਸੀ ਜਿਸ ਦਾ ਅਜੇ ਵਿਆਹ ਨਹੀਂ ਹੋਇਆ ਸੀ। ਉਹ ਉੱਥੇ ਆਈ ਹੋਈ ਸੀ ਅਤੇ ਮੈਨੂੰ ਦੇਖਦੇ ਹੀ ਉਸ ਨਾਲ ਪਿਆਰ ਹੋ ਗਿਆ ਅਤੇ ਇਸ ਤਰ੍ਹਾਂ ਸਾਡਾ ਪਿਆਰ ਬਹੁਤ ਡੂੰਘੇ ਪਿਆਰ ਵਿੱਚ ਬਦਲ ਗਿਆ। ਬਿਮਲਾ ਭਾਬੀ ਦੇ ਬੇਟੇ ਮੋਹਨ ਦੀ ਮੁਲਾਕਾਤ ਅਨੰਨਿਆ ਨਾਲ ਉਸਦੇ ਕਾਲਜ ਵਿੱਚ ਹੋਈ ਸੀ। ਇਸੇ ਤਰ੍ਹਾਂ ਉਹਨਾਂ ਦੀ ਦੋਸਤੀ ਵੀ ਪਿਆਰ ਵਿੱਚ ਬਦਲ ਗਈ। ਸਾਨੂੰ ਦੋਵਾਂ ਨੂੰ ਆਪਣੇ ਹੀ ਪਿੰਡ ਦੇ ਲੋਕਾਂ ਨਾਲ ਪਿਆਰ ਹੋ ਗਿਆ ਜਿਨ੍ਹਾਂ ਨੂੰ ਤੁਸੀਂ ਨਫ਼ਰਤ ਕਰਦੇ ਹੋ। ਜੇਕਰ ਅਸੀਂ ਤੁਹਾਨੂੰ ਇਹ ਗੱਲ ਪਹਿਲਾਂ ਦੱਸ ਦਿੱਤੀ ਹੁੰਦੀ ਤਾਂ ਤੁਸੀਂ ਸਾਡੀ ਗੱਲ ਤੇ ਵਿਸ਼ਵਾਸ ਨਾ ਕਰਦੇ। ਇਸੇ ਲਈ ਅਸੀਂ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ ਅਤੇ ਅਸੀਂ ਕਈ ਘੰਟੇ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਰਹਿੰਦੇ ਸੀ ਕਿ ਕੀ ਕਰਨਾ ਹੈ, ਕਿਵੇਂ ਕਰਨਾ ਹੈ। ਅਤੇ ਮੈਂ ਆਪਣੇ ਅਤੇ ਅਨੰਨਿਆ ਦੇ ਵਿਆਹ ਲਈ ਪੈਸੇ ਇਕੱਠੇ ਕਰ ਰਿਹਾ ਸੀ ਅਤੇ ਉਹ ਦੋਵੇਂ ਇਹ ਵੀ ਜਾਣਦੇ ਹਨ ਕਿ ਉਹਨਾਂ ਦੇ ਪਰਿਵਾਰ ਸਾਡੇ ਵਿਆਹ ਲਈ ਕਦੇ ਵੀ ਰਾਜ਼ੀ ਨਹੀਂ ਹੋਣਗੇ। ਇਸ ਲਈ ਅਸੀਂ ਚਾਰਾਂ ਨੇ ਘਰੋਂ ਭੱਜ ਕੇ ਵਿਆਹ ਕਰਨ ਦਾ ਫੈਸਲਾ ਕੀਤਾ। ਅਸੀਂ ਕੋਰਟ ਮੈਰਿਜ ਕਰਾਂਗੇ ਅਤੇ ਫਿਰ ਹੌਲੀ-ਹੌਲੀ ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਪਤਾ ਲੱਗੇਗਾ। ਫਿਰ ਤੁਸੀਂ ਸਾਨੂੰ ਮਾਫ਼ ਕਰ ਦਿਓਗੇ। ਭਾਬੀ, ਅਸੀਂ ਪਿਆਰ ਅੱਗੇ ਬੇਵੱਸ ਸੀ। ਅਸੀਂ ਤੁਹਾਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸੀ।
ਅਸੀਂ ਕੀ ਕਰ ਸਕਦੇ ਸੀ, ਕਿਉਂਕਿ ਅਸੀਂ ਪਿਆਰ ਵਿੱਚ ਸੀ। ਬਿਮਲਾ ਭਾਬੀ ਦਾ ਬੇਟਾ ਅਤੇ ਪਿੰਡ ਦੇ ਮੁਖੀ ਰੀਤੀ ਦੋਵੇਂ ਸਾਨੂੰ ਸੱਚਾ ਪਿਆਰ ਕਰਦੇ ਹਨ, ਤਾਂ ਉਹ ਤੁਹਾਡੀ ਇੱਛਾ ਅਨੁਸਾਰ ਵਿਆਹ ਕਿਵੇਂ ਕਰ ਸਕਦੇ ਸਨ। ਇਸ ਦੌਰਾਨ ਤੁਸੀਂ ਅਨੰਨਿਆ ਲਈ ਰਿਸ਼ਤੇ ਦੇਖ ਰਹੇ ਸੀ, ਇਸ ਲਈ ਮੈਂ ਕੋਈ ਨਾ ਕੋਈ ਬਹਾਨਾ ਬਣਾ ਕੇ ਅਨੰਨਿਆ ਦਾ ਰਿਸ਼ਤਾ ਤੁੜਵਾ ਦਿੰਦਾ ਸੀ। ਅਨੰਨਿਆ ਕਹਿਣ ਲੱਗੀ, ਮੰਮੀ ਅੰਕਲ ਮੈਨੂੰ ਬਹੁਤ ਪਿਆਰ ਕਰਦੇ ਹਨ। ਅੰਕਲ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਕੀ ਤੁਸੀਂ ਨਹੀਂ ਚਾਹੁੰਦੇ ਕਿ ਚਾਚੇ ਦਾ ਵਿਆਹ ਵੀ ਉਸ ਦੀ ਮਰਜ਼ੀ ਅਨੁਸਾਰ ਹੋਵੇ? ਅਤੇ ਕੀ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀ ਸਕੀਏ? ਨਵੀਨ ਨੇ ਕਹਿਣਾ ਸ਼ੁਰੂ ਕੀਤਾ, ਭਾਬੀ ਅਸੀਂ ਨਹੀਂ ਚਾਹੁੰਦੇ ਸੀ ਕਿ ਤੁਹਾਨੂੰ ਸਾਡੇ ਵਿਆਹ ਬਾਰੇ ਪਤਾ ਲੱਗੇ। ਅਸੀਂ ਇਹ ਗੱਲ ਤੁਹਾਡੇ ਤੋਂ ਉਦੋਂ ਤੱਕ ਗੁਪਤ ਰੱਖਣਾ ਚਾਹੁੰਦੇ ਸੀ ਜਦੋਂ ਤੱਕ ਸਾਡਾ ਵਿਆਹ ਨਹੀਂ ਹੋ ਜਾਂਦਾ। ਇਸੇ ਲਈ ਅਸੀਂ ਬਹਾਨੇ ਬਣਾਉਂਦੇ ਸੀ। ਅਸੀਂ ਅਜੇ ਇੱਕ ਦੂਜੇ ਨਾਲ ਗੱਲ ਕਰਨੀ ਸੀ ਅਤੇ ਕੱਲ ਦੀ ਯੋਜਨਾ ਵੀ ਬਣਾਉਣੀ ਸੀ। ਮੇਰੀ ਧੀ ਅਤੇ ਦਿਓਰ ਨੇ ਹੱਥ ਜੋੜ ਕੇ ਕਿਹਾ, ਸਾਨੂੰ ਮਾਫ ਕਰ ਦਿਓ। ਇਹ ਸਭ ਸੁਣ ਕੇ ਤੁਸੀਂ ਬਹੁਤ ਦੁਖੀ ਹੋਵੋਗੇ। ਕੱਲ ਸਾਡਾ ਵਿਆਹ ਹੈ। ਅਨੰਨਿਆ ਨੇ ਕਿਹਾ, ਮਾਂ ਤੁਸੀਂ ਹੀ ਮੈਨੂੰ ਸਿਖਾਇਆ ਸੀ ਕਿ ਮੇਰੇ ਕੋਲ ਇਸ ਸੰਸਾਰ ਵਿੱਚ ਪਿਤਾ ਨਹੀਂ ਹੈ, ਪਰ ਰੱਬ ਨੇ ਮੈਨੂੰ ਚਾਚੇ ਵਰਗਾ ਪਿਤਾ, ਦੋਸਤ ਅਤੇ ਭਰਾ ਦਿੱਤਾ ਹੈ। ਇਸ ਲਈ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਸੀ। ਅਸੀਂ ਇੱਕ ਦੂਜੇ ਦੀ ਸਹਿਮਤੀ ਅਨੁਸਾਰ ਆਪਣੇ ਜੀਵਨ ਸਾਥੀ ਦੀ ਚੋਣ ਕੀਤੀ। ਪਿੰਡ ਦਾ ਮਾਹੌਲ ਹੁਣ ਪੂਰੀ ਤਰ੍ਹਾਂ ਬਦਲ ਗਿਆ ਹੈ, ਕਿਉਂਕਿ ਬਿਮਲਾ ਆਂਟੀ ਦੀ ਮੌਤ ਨੂੰ ਕਈ ਸਾਲ ਬੀਤ ਗਏ ਹਨ। ਹੁਣ ਸਭ ਕੁਝ ਸੁਧਰ ਗਿਆ ਹੈ। ਹੁਣ ਉੱਥੇ ਕੋਈ ਤੁਹਾਨੂੰ ਕੁਝ ਨਹੀਂ ਕਹਿ ਸਕਦਾ, ਕਿਉਂਕਿ ਪਹਿਲਾਂ ਲੋਕ ਤੁਹਾਡੀ ਬੇਵਸੀ ਦਾ ਫਾਇਦਾ ਉਠਾਉਂਦੇ ਸਨ। ਹੁਣ ਸਾਡੇ ਹਾਲਾਤ ਪਹਿਲਾਂ ਨਾਲੋਂ ਬਹੁਤ ਚੰਗੇ ਹੋ ਗਏ ਹਨ। ਇਸ ਲਈ ਕਿਸੇ ਦੀ ਹਿੰਮਤ ਨਹੀਂ ਕਿ ਕੋਈ ਮੇਰੀ ਮਾਂ ਵੱਲ ਉਂਗਲ ਵੀ ਉਠਾ ਸਕੇ। ਤੁਹਾਡੀ ਧੀ ਇੰਨੀ ਦਲੇਰ ਹੋ ਗਈ ਹੈ ਕਿ ਉਹ ਆਪਣੇ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਬਦਤਮੀਜ਼ੀ ਕਰਨ ਵਾਲੇ ਦੀ ਬਾਂਹ ਅਤੇ ਲੱਤ ਆਸਾਨੀ ਨਾਲ ਤੋੜ ਸਕਦੀ ਹੈ। ਨਵੀਨ ਨੇ ਕਿਹਾ, ਹਾਂ ਭਾਬੀ, ਅਨੰਨਿਆ ਬਿਲਕੁਲ ਸਹੀ ਹੈ। ਬਿਮਲਾ ਭਾਬੀ ਦਾ ਬੇਟਾ ਮੋਹਨ ਬਹੁਤ ਚੰਗਾ ਹੈ ਅਤੇ ਉਹ ਇੱਕ ਪੜ੍ਹਿਆ ਲਿਖਿਆ ਮੁੰਡਾ ਹੈ। ਉਹ ਆਪਣੇ ਹੀ ਸ਼ਹਿਰ ਵਿੱਚ ਕੰਮ ਕਰਦਾ ਹੈ, ਚੰਗੀ ਕਮਾਈ ਕਰਦਾ ਹੈ ਅਤੇ ਚੰਗਾ ਖਾਂਦਾ ਹੈ। ਮੋਹਨ ਦੇ ਮਾਤਾ ਪਿਤਾ ਦੋਵੇਂ ਇਸ ਸੰਸਾਰ ਨੂੰ ਛੱਡ ਗਏ ਹਨ। ਹੁਣ ਸਾਡੀ ਅਨੰਨਿਆ ਨੂੰ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਉਸ ਦਾ ਘਰ ਵੀ ਹੁਣ ਪਹਿਲਾਂ ਵਰਗਾ ਛੋਟਾ ਨਹੀਂ ਰਿਹਾ। ਉਸ ਨੇ ਆਪਣੀ ਕਮਾਈ ਨਾਲ ਘਰ ਵੱਡਾ ਕਰ ਲਿਆ ਤੇ ਮੁਖੀਆ ਦੀ ਧੀ ਮੇਰੇ ਜਿੰਨੀ ਉਮਰ ਦੀ ਹੋ ਗਈ ਹੈ। ਮੁਖੀਆ ਜੀ ਦੀ ਮੌਤ ਤੋਂ ਬਾਅਦ ਉਸ ਦੀ ਮਤਰੇਈ ਮਾਂ ਨੇ ਅੱਜ ਤੱਕ ਉਸ ਦਾ ਵਿਆਹ ਨਹੀਂ ਕੀਤਾ। ਇਸ ਲਈ ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਉਹ ਮੈਨੂੰ ਬਹੁਤ ਪਿਆਰ ਕਰਦੀ ਹੈ। ਮੈਂ ਉਸ ਨੂੰ ਆਪਣੇ ਘਰ ਦੀ ਇੱਜ਼ਤ ਬਣਾ ਲਵਾਂਗਾ ਅਤੇ ਮੈਨੂੰ ਪਤਾ ਹੈ ਕਿ ਤੁਸੀਂ ਉਸ ਤੋਂ ਬਹੁਤ ਖੁਸ਼ ਹੋਵੋਗੇ। ਦੋਵੇਂ ਗੱਲਾਂ ਕਰਦੇ ਰਹੇ ਤੇ ਰੋਂਦੇ ਰਹੇ। ਇਹ ਸੱਚ ਸੀ ਕਿ ਜੇ ਇਹਨਾਂ ਲੋਕਾਂ ਨੇ ਮੈਨੂੰ ਸੱਚ ਦੱਸਿਆ ਹੁੰਦਾ ਤਾਂ ਮੈਂ ਕਦੇ ਨਾ ਆਖਦੀ ਅਤੇ ਨਾ ਹੀ ਕਦੇ ਉਹਨਾਂ ਨੂੰ ਉਸ ਪਿੰਡ ਨਾਲ ਸੰਬੰਧ ਬਣਾਉਣ ਦਿੰਦੀ। ਪਰ ਸ਼ਾਇਦ ਉਹ ਸਹੀ ਹਨ। ਜੋ ਤੁਸੀਂ ਨਹੀਂ ਚਾਹੁੰਦੇ ਉਹ ਤੁਹਾਡੇ ਨਾਲ ਵਾਪਰਦਾ ਹੈ। ਮੈਂ ਉਸ ਪਿੰਡ ਤੋਂ ਬਹੁਤ ਦੂਰ ਆ ਗਈ ਸੀ ਕਿ ਮੁੜ ਕੇ ਉਸ ਪਿੰਡ ਨਾਲ ਕਦੇ ਕੋਈ ਸੰਬੰਧ ਨਹੀਂ ਰੱਖਾਂਗੀ। ਜਦੋਂ ਉਹਨਾਂ ਨੂੰ ਉਸੇ ਪਿੰਡ ਦੇ ਰਹਿਣ ਵਾਲੇ ਲੋਕਾਂ ਨਾਲ ਪਿਆਰ ਹੋ ਗਿਆ ਤਾਂ ਮੈਂ ਇੱਕ ਪਾਸੇ ਸਿਰ ਫੜ ਕੇ ਬੈਠ ਗਈ। ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਫੈਸਲਾ ਕਰਾਂ। ਉਹ ਦੋਵੇਂ ਮੇਰੇ ਪੈਰਾਂ ਕੋਲ ਬੈਠ ਗਏ ਅਤੇ ਮੇਰੇ ਪੈਰ ਫੜੇ ਅਤੇ ਕਿਹਾ, ਕਿਰਪਾ ਕਰਕੇ ਸਹਿਮਤ ਹੋਵੋ, ਸਾਡੀ ਖੁਸ਼ੀ ਵਿੱਚ ਸ਼ਾਮਲ ਹੋਵੋ। ਅਸੀਂ ਦੋਵੇਂ ਤੁਹਾਡੇ ਤੋਂ ਬਿਨਾਂ ਖੁਸ਼ ਨਹੀਂ ਹੋਵਾਂਗੇ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਮਰਜ਼ੀ ਅਨੁਸਾਰ ਵਿਆਹ ਕਰਵਾ ਲਈਏ ਤਾਂ ਅਸੀਂ ਜਿੱਥੇ ਮਰਜ਼ੀ ਕਹੋਗੇ ਵਿਆਹ ਕਰਵਾ ਲਵਾਂਗੇ, ਪਰ ਅਸੀਂ ਕਦੇ ਵੀ ਖੁਸ਼ ਨਹੀਂ ਹੋ ਸਕਦੇ। ਮੈਂ ਉਹਨਾਂ ਦੋਹਾਂ ਦੇ ਸਿਰਾਂ ਤੇ ਹੱਥ ਰੱਖ ਕੇ ਕਿਹਾ, ਤੁਸੀਂ ਕੀ ਸੋਚਦੇ ਹੋ ਕਿ ਮੈਨੂੰ ਤੁਹਾਡੀ ਖੁਸ਼ੀ ਦੀ ਪਰਵਾਹ ਨਹੀਂ ਹੈ? ਲੋਕਾਂ ਦੀ ਖਾਤਰ ਹੀ ਮੈਂ ਉਹ ਪਿੰਡ ਛੱਡ ਕੇ ਇੱਥੇ ਆਈ ਹਾਂ ਅਤੇ ਤੁਹਾਡੇ ਦੋਵਾਂ ਦੀ ਬਦੌਲਤ ਹੀ ਮੈਂ ਦੁਬਾਰਾ ਵਿਆਹ ਨਹੀਂ ਕਰਵਾਇਆ। ਮੈਂ ਆਪਣੀ ਸਾਰੀ ਜ਼ਿੰਦਗੀ ਤੁਹਾਡੇ ਲੋਕਾਂ ਦੇ ਹਵਾਲੇ ਕਰ ਦਿੱਤੀ ਸੀ। ਹੁਣ ਮੈਂ ਤੁਹਾਡੇ ਦੋਵਾਂ ਲਈ ਇਹ ਛੋਟੀ ਜਿਹੀ ਕੁਰਬਾਨੀ ਵੀ ਨਹੀਂ ਕਰ ਸਕਦੀ। ਠੀਕ ਹੈ, ਮੈਂ ਪਿੰਡ ਜਾ ਕੇ ਮੋਹਨ ਨਾਲ ਗੱਲ ਕਰਨਾ ਚਾਹੁੰਦੀ ਹਾਂ ਤੇ ਉਸ ਕੁੜੀ ਨਾਲ ਵੀ ਜਿਸ ਨਾਲ ਨਵੀਨ ਵਿਆਹ ਕਰਨਾ ਚਾਹੁੰਦਾ ਹੈ। ਹੁਣ ਵਿਆਹ ਕੋਰਟ ਮੈਰਿਜ ਨਾਲ ਨਹੀਂ ਸਗੋਂ ਇੱਜ਼ਤ ਨਾਲ ਹੋਵੇਗੀ। ਮੈਂ ਤੁਹਾਡੇ ਦੋਵਾਂ ਦਾ ਵਿਆਹ ਕਰਵਾ ਦੇਵਾਂਗੀ। ਕੋਰਟ ਮੈਰਿਜ ਦੀ ਕੋਈ ਲੋੜ ਨਹੀਂ ਹੈ। ਦੋਨਾਂ ਨੇ ਮੈਨੂੰ ਜੱਫੀ ਪਾ ਲਈ ਤੇ ਰੋਣ ਲੱਗੇ। ਮੈਂ ਦੋਹਾਂ ਨੂੰ ਬਹੁਤ ਪਿਆਰ ਕਰਦੀ ਸੀ। ਆਖਰਕਾਰ ਮੇਰਾ ਦਿਓਰ ਅਤੇ ਮੇਰੀ ਧੀ ਮੇਰੇ ਲਈ ਸਭ ਕੁਝ ਸਨ। ਮੈਂ ਉਹਨਾਂ ਲਈ ਆਪਣੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੱਤੀਆਂ ਸਨ ਤਾਂ ਕਿ ਮੈਂ ਉਹਨਾਂ ਦੀ ਖੁਸ਼ੀ ਲਈ ਇਸ ਛੋਟੀ ਜਿਹੀ ਗੱਲ ਲਈ ਵੀ ਸਹਿਮਤ ਨਹੀਂ ਹੋ ਸਕਦੀ ਸੀ। ਅਤੇ ਜਿਸ ਪਿੰਡ ਦੀ ਗੱਲ ਹੋ ਰਹੀ ਸੀ, ਮੈਨੂੰ ਉਸ ਪਿੰਡ ਤੋਂ ਬਹੁਤ ਬੇਇੱਜ਼ਤੀ ਮਿਲੀ ਸੀ। ਪਰ ਹੁਣ ਸਭ ਕੁਝ ਠੀਕ ਹੈ।
ਇਹ ਮਾਮਲਾ ਕਈ ਸਾਲ ਪੁਰਾਣਾ ਹੈ, ਇਸ ਲਈ ਮੈਂ ਵੀ ਇਸ ਨੂੰ ਭੁੱਲਣਾ ਚਾਹੁੰਦੀ ਹਾਂ। ਮੈਂ ਪਿੰਡ ਜਾ ਕੇ ਮੁਖੀਆ ਦੀ ਧੀ ਤੋਂ ਆਪਣੇ ਦਿਓਰ ਲਈ ਰਿਸ਼ਤੇ ਦੀ ਮੰਗ ਕੀਤੀ ਤੇ ਦੂਜੇ ਪਾਸੇ ਮੋਹਨ ਦੇ ਮਾਪੇ ਮਰ ਚੁੱਕੇ ਸਨ, ਪਰ ਉਸ ਦੀ ਇੱਕ ਅਣਵਿਆਹੀ ਭੈਣ ਸੀ। ਉਹ ਆਪਣੀ ਭੈਣ ਨਾਲ ਸਾਡੇ ਘਰ ਆਇਆ ਹੋਇਆ ਸੀ। ਉਸ ਨੇ ਅਨੰਨਿਆ ਦਾ ਰਿਸ਼ਤਾ ਮੰਗਿਆ ਸੀ ਅਤੇ ਫਿਰ ਮੈਂ ਇੱਕ ਦਿਨ ਵਿੱਚ ਹੀ ਆਪਣੀ ਧੀ ਨੂੰ ਅਲਵਿਦਾ ਕਹਿ ਦਿੱਤਾ ਸੀ ਅਤੇ ਦੂਜੇ ਪਾਸੇ ਮੇਰਾ ਦਿਓਰ ਮੇਰੀ ਦਰਾਣੀ ਨੂੰ ਘਰ ਲੈ ਆਇਆ ਸੀ। ਹੁਣ ਉਹ ਦੋਵੇਂ ਬਹੁਤ ਖੁਸ਼ ਹਨ ਅਤੇ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਮੇਰੀ ਇੱਕੋ ਇੱਕ ਖੁਸ਼ੀ ਮੇਰਾ ਦਿਓਰ ਅਤੇ ਮੇਰੀ ਧੀ ਸੀ, ਇਸ ਲਈ ਮੈਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ ਖਤਮ ਕਰ ਦਿੱਤਾ ਸੀ। ਮੇਰੀ ਧੀ ਆਪਣੇ ਸਹੁਰੇ ਘਰ ਬਹੁਤ ਖੁਸ਼ ਹੈ। ਬਿਮਲਾ ਦਾ ਪੁੱਤਰ ਬਿਲਕੁਲ ਵੀ ਬਿਮਲਾ ਵਰਗਾ ਨਹੀਂ ਸੀ, ਉਹ ਬਹੁਤ ਵਧੀਆ ਹੈ। ਦੂਜੇ ਪਾਸੇ ਮੇਰੀ ਦਰਾਣੀ ਵੀ ਬਹੁਤ ਚੰਗੀ ਹੈ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਿਰਪਾ ਕਰਕੇ ਨੋਟੀਫਿਕੇਸ਼ਨ ਨੂੰ ਦਬਾਓ ਤਾਂ ਜੋ ਅਗਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।